अकाल मूरत अजूनी सैभं गुर प्रसाद। तो सो नाथ अनाथ नमोसर, तो सो न नानी नमो सो भिखारी, मोसो न दीन दयाल न दोसर, मोसो अज्ञान ना तो सो विचारी, मोसो न पतित ना पावन तो सर, मोसो विकारी ना तो सो उपकारी, मोरे हैं अवगुण तू गुण सागर, जात रसातल ओट तुहारी। सतनाम वाहिगुरु साहिब जियो। सूही महला पंजवा कर तीजा, गोबिंदा गुण गाऊं दयाला, दर्शन देह पूरन कृपाला, गोबिंदा गुण गाऊं दयाला, दर्शन देह पूरन कृपाला। रहा कर कृपा तुम ही प्रतिपाला, जियो पिंड सब तुमरा माला, अमृत नाम चलै जप नाला, नानक जाचै संतर वाला, अमृत नाम चलै जप नाला, नानक जाचै संतर वाला। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। दातार पिता परिपूਰਨ अकाल पुरख वाहिगुरु जी, आप जियां दी अपार बख्शिश है मनुखी जीवन के सफ़र नूं असीं मान रहे हाँ। शाम का समा खास करके इस नॉर्थन अमेरिका के ईस्टर्न टाइम जोन के अकॉर्डिंगली साडे टोरंटो ते गिरदे रवान दे विच शाम पै रही है। इस गुरस्थान ते दीवान शाम दे चलते ने रूटीन के रूप विच। अजे हुणे कीर्तन की चौंकी समाप्त हुई है। हुण अगलेरा समा गुरशब्द व्याख्यान का है। इस गोचरे सूही राग चल रहा है। आप जी ने इस राग का अगलेरा शब्द सरवण किया है। सिरनावे दे विच गुरु महाराज ने एक चेंज लैके आए ने, उन्होंने नाल ही दर्ज कर दिता है। सूही महला पंजवा कर तीजा। जिवें कि अक्सर आप गुरु शब्द नूं पढ़ते या सुनते या समझते हो, गुरबाणी का बहुता हिस्सा संगीतबद्ध है। तो जो संगीतबद्ध है, संगीत सहद है,
ਉਹਦੇ ਅੰਦਰ ਸੰਗੀਤ ਦੀ ਖਾਸ ਇੰਸਟਰਕਸ਼ਨਸ, ਖਾਸ ਹਿਦਾਇਤਾਂ ਵੀ ਨਾਲ ਮੌਜੂਦ ਨੇ। ਜਿਵੇਂ ਕੋਈ ਗੀਤ, ਕੋਈ ਰਾਗ, ਕੋਈ ਗਾਉਣਾ ਹੈ ਅਤੇ ਉਹਦੇ ਲਈ ਦੋ ਕੰਡੀਸ਼ਨਸ ਫੁੱਲਫਿਲ ਹੋਣੀਆਂ ਬਹੁਤ ਜ਼ਰੂਰੀ ਨੇ। ਇੱਕ, ਉਹਦੇ 'ਚ ਕਿਸ ਤਰੀਕੇ ਦੀ ਸੁਰ ਲਾਉਣੀ ਹੈ, ਜੋ ਮੈਲੋਡੀਅਸ ਨੋਟ ਹੁੰਦੇ ਨੇ ਉਹ ਕਿਹੜੇ ਯੂਜ਼ ਹੋਣਗੇ ਨੋਟੇਸ਼ਨ ਦੇ ਵਿੱਚ। ਅਤੇ ਜਦੋਂ ਸੁਰ ਕਲੀਅਰ ਹੋ ਜਾਏ ਵੀ ਆਹ ਸੁਰ ਆ ਇਹਦੀ ਇਸ ਤਰੀਕੇ ਦੇ ਨਾਲ ਇਹਨੂੰ ਗਾਇਆ ਜਾਏਗਾ, ਫਿਰ ਉਸਨੂੰ ਪ੍ਰੋਪਰ ਤਰੀਕੇ ਦੇ ਨਾਲ ਰਸਮਈ ਬਣਾਉਣ ਵਾਸਤੇ ਉਹਦੇ ਨਾਲ ਥਾਪ ਚਾਹੀਦੀ ਹੈ, ਜਿਹਨੂੰ ਅਸੀਂ ਰਿਦਮ ਕਹਿੰਦੇ ਹਾਂ। ਗੁਰੂ ਸਾਹਿਬ ਨੇ ਜਿੱਥੇ ਸੁਰ ਮੁਜਬ ਰਾਗਾਂ ਨੂੰ ਦਰਜ ਕੀਤਾ, ਜਿਵੇਂ ਸੂਹੀ ਰਾਗ ਆ ਰਿਹਾ ਹੈ, ਉਹਦੇ ਨਾਲ ਹੀ ਥਾਪਾਂ ਵਾਸਤੇ ਜਿਹੜੀ ਰਿਦਮ ਆ, ਜਿਹੜੀ ਨਾਲ ਥਾਪ ਦੇਏਗੀ, ਉਹਦੇ ਵਾਸਤੇ ਰਾਗ ਦਰਜ ਹੈ। ਸੋ ਬੜੇ ਵੈਰਾਈਟੀਫੁਲ ਵੇ ਦੇ ਨਾਲ, ਜਿਹਨੂੰ ਕਿਹਾ ਜਾਏ ਕਿ ਬੜੇ ਸੁੰਦਰ ਗੁਲਦਸਤੇ ਜਿਵੇਂ ਸਜਾਏ ਹੁੰਦੇ ਨੇ ਸੰਗੀਤ ਦੇ, ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹਾਰਾਜ ਨੇ ਹਰ ਚੀਜ਼ ਨੂੰ ਹਿਦਾਇਤੀ ਰੂਪ ਵਿੱਚ ਦਿੱਤਾ ਆ। ਇਹਦੇ ਵਿੱਚ ਵੀ ਸੁਰ ਦਾ ਵੀ ਸੰਕੇਤ ਹੈ, ਥਾਪ ਤਾਲ ਦਾ ਵੀ ਸੰਕੇਤ ਹੈ। ਘਰ ਦਾ ਸੰਬੰਧ ਤਾਲ ਦੇ ਨਾਲ ਹੈ। ਸੋ ਇਹਨੂੰ ਤੀਸਰੇ ਘਰ ਵਿੱਚ ਗਾਉਣਾ ਹੈ। ਅੱਗੇ ਸ਼ਬਦ ਪ੍ਰਾਰੰਭ ਹੁੰਦਾ ਹੈ, ਪਹਿਲਾ ਹੀ ਪਦਾ ਰਹਾਉ ਦਾ ਪਦਾ ਹੈ। ਸਭ ਜ਼ਿਕਰ ਕਰਦੇ ਨੇ ਗੋਬਿੰਦਾ ਗੁਣ ਗਾਉ ਦਇਆਲਾ, ਦਰਸ਼ਨ ਦੇਹ ਪੂਰਨ ਕਿਰਪਾਲਾ। ਰਹਾਉ ਗੋਬਿੰਦਾ ਗੁਣ ਗਾਉ ਦਇਆਲਾ। ਗੁਰ ਸ਼ਬਦ ਦੀ ਵਿਵੇਚਨਾ ਲਫ਼ਜ਼ਾਂ ਅਲਫਾਜ਼ਾਂ ਨੂੰ ਕੁਰੇਦ ਕੇ, ਮੇਨ ਉਹਨਾਂ ਦੇ ਰੂਟਸ ਨੂੰ ਫੋਲੋ ਕਰਕੇ ਬਣਦੀ ਹੈ। ਜਿਵੇਂ ਇੱਥੇ ਲਫ਼ਜ਼ ਗੋਬਿੰਦਾ ਆਇਆ ਹੈ, ਅਤੇ ਜੇ ਤਾਂ ਅਸੀਂ ਇਸ ਨੂੰ ਬ੍ਰਿਜ ਦੇ ਲਿਟਰੇਚਰ 'ਚੋਂ ਲੈ ਲਈਏ ਤਾਂ ਇਹਦਾ ਮਤਲਬ ਵਿਸ਼ਨੂੰ ਦਾ ਇੱਕ ਅਵਤਾਰ ਜਿਹੜਾ ਕ੍ਰਿਸ਼ਨ ਦੇ ਰੂਪ ਵਿੱਚ, ਉਹਦੀ ਗੱਲ ਹੁੰਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਵਤਾਰੀ ਰੂਪ ਦੇ ਵਿੱਚ ਕਿਸੇ ਦੀ ਜਿਹੜੀ ਹੈ ਉਸ ਕਿਸਮ ਦੀ ਪ੍ਰੈਜ਼ੈਂਸ ਨੂੰ ਨਹੀਂ ਮੰਨਿਆ ਗਿਆ। ਇੱਥੇ ਤੇ ਬਿਆਨ ਇਹ ਹੈ ਕਿ ਜੋ ਇਹ ਬੰਦੇ ਦਾ ਸੰਕਲਪ ਆ ਵੀ ਇੱਕ ਤਰ੍ਹਾਂ ਦਾ ਆਹ ਅਵਤਾਰ ਰੱਬ ਦਾ ਜਨਮ ਲੈ ਕੇ ਆ ਗਿਆ, ਅਤੇ ਆਹ ਅਵਤਾਰ ਕਿਸੇ ਖਾਸ ਰੱਬ ਦੀ ਲੋਅ ਦੇ ਨਾਲ ਆਇਆ ਹੈਗਾ, ਇਸ ਕਿਸਮ ਦੀ ਬਾਤ ਨੂੰ ਮਹਾਰਾਜ ਨੇ ਕਿਹਾ ਵੀ ਇਹ ਬੰਦੇ ਦੀ ਭੁੱਲ ਆ। ਜਿਹੜਾ ਨਾਰਾਇਣ ਆ, ਜਨਮ ਮਰਨ ਤੇ ਰਹਿਤ ਨਾਰਾਇਣ, ਉਹ ਜੰਮਣ ਮਰਨ ਤੋਂ ਬਾਹਰ ਹੈ। ਫਿਰ ਇਸ ਜਿਹੜਾ ਗੋਬਿੰਦਾ ਲਫ਼ਜ਼ ਹੈ, ਇਹਦੇ ਮਾਇਨੇ ਜਦੋਂ ਤੁਸੀਂ ਸ਼ਬਦਕੋਸ਼ਾਂ ਵਿੱਚ ਜਾਂਦੇ ਹਾਂ ਤੇ ਇਹਦੇ ਮਾਇਨੇ ਬਣਦੇ ਨੇ, ਗੋ ਕਹਿੰਦੇ ਨੇ ਧਰਤੀ ਨੂੰ, ਅਤੇ ਬਿੰਦ, ਬਿੰਦਨਾ ਧਰਤੀ ਦੀ ਉਪਜ ਨੂੰ ਹੋਂਦ ਵਿੱਚ ਲੈ ਕੇ ਆਉਣਾ। ਅਸੀਂ ਸਾਰੇ ਜੋ ਜੀਆ ਜਨ ਧਰਤੀ ਦੇ ਉੱਤੇ ਹੈਗੇ ਹਾਂ, ਸਾਨੂੰ ਸਾਰਿਆਂ ਨੂੰ ਜਿਹਨੇ ਬਿੰਦਿਆ ਹੈ, ਜਿਹਨੇ ਉਪਜਿਆ ਹੈ, ਜਿਹਨੇ ਪੈਦਾਇਸ਼ ਦਿੱਤੀ ਹੈ, ਉਹ ਗੋਬਿੰਦ ਹੈ। ਬੰਦੇ ਦੇ ਅਹਿਸਾਸ ਵਿੱਚ ਇਹ ਪੱਕੇ ਤੌਰ 'ਤੇ, ਡਾਢੇ ਤੌਰ 'ਤੇ ਪਾ ਦੇਣਾ ਕਿ ਇਹ ਜੀਵਨ, ਇਸ ਜੀਵਨ ਨੂੰ ਬਣਾਉਣ, ਦੇਣ, ਸਾਜਣ ਵਾਲਾ ਇੱਕ ਬਹੁਤ ਵੱਡਾ ਵਿਧਾਤਾ ਹੈ। ਅਸੀਂ ਉਹਦੇ ਉਪਜੇ ਸਿਰਜੇ ਧਰਤੀ ਦੇ ਉੱਤੇ ਆਏ ਹਾਂ। ਇਸ ਨੂੰ ਬੰਦਾ ਸੁਰਤ ਵਿੱਚ ਅਪਣਾ ਲਵੇ, ਇਹਨੂੰ ਆਪਣੇ ਅੰਦਰ ਅਹਿਸਾਸ ਲਵੇ, ਅਤੇ ਫਿਰ ਦੋ ਚੀਜ਼ਾਂ ਈਜ਼ੀਲੀ ਜਿਹੜੀਆਂ ਨੇ ਉਹ ਕਲੀਅਰ ਹੋ ਜਾਂਦੀਆਂ ਨੇ। ਨੰਬਰ ਇੱਕ ਚੀਜ਼ ਤਾਂ ਇਹ ਕਿ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਵਾਸਤੇ ਅਸੀਂ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦੇ ਹਾਂ। ਕੋਈ ਮਾੜੀ ਜਿਹੀ ਚੀਜ਼ ਸੱਜੇ ਖੱਬੇ ਹੋ ਜਾਏ ਅਤੇ ਬੰਦਾ ਕਹਿੰਦਾ ਪਤਾ ਨਹੀਂ ਕੀ ਹੋਏਗਾ। ਜਿੱਥੋਂ ਚਿੰਤਾ ਪਸਰਦੀ ਹੈ, ਜਿੱਥੋਂ ਫਿਕਰ ਪਸਰਦਾ ਹੈ। ਅਸੀਂ ਬਚਨ ਪੜ੍ਹਦੇ ਹਾਂ ਬਾਣੀ ਦੇ ਵਿੱਚ, ਮਹਾਰਾਜ ਬਿਆਨ ਕਰਦੇ ਕਿ ਬੰਦੇ ਘਬਰਾਉਣ ਦੀ ਲੋੜ ਨਹੀਂ ਗੀ, ਕਿਉਂਕਿ ਤੂੰ ਡੋਲੇ ਤਾਂ, ਘਬਰਾਏ ਤਾਂ, ਜੇ ਤੇਰੇ ਕੀਤਿਆਂ ਹੀ ਸਭ ਕੁਝ ਹੋ ਰਿਹਾ ਹੋਏ। ਤੇ ਸੱਚ ਇਹ ਹੈ, ਤੂੰ ਤਾਂ ਇੱਕ ਬਹੁਤ ਛੋਟਾ ਜਿਹਾ ਉਸ ਕੁਦਰਤ ਦੇ ਵਿੱਚ ਇੱਕ ਜ਼ਰਰਾ, ਇੱਕ ਕਿਣਕਾ ਹੈ। ਸਹੀ ਰੂਪ ਵਿੱਚ ਕਰਨ ਕਰਾਉਣ ਵਾਲਾ ਉਹ ਆਪੇ ਆਪ ਆ। ਅਸੀਂ ਸ਼ਬਦ ਪੜ੍ਹਦੇ ਹਾਂ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਗੋਬਿੰਦਾ, ਜਿਸ ਨੇ ਗੋ ਨੂੰ ਬਿੰਦਿਆ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਫਿਰ ਸਿੱਧੇ ਤੌਰ 'ਤੇ ਕਿਹਾ, ਜਿਨ ਪੈਦਾਇਸ਼ ਤੂੰ ਕੀਆ। ਗੋਬਿੰਦਾ, ਜਿਨਨੇ ਗੋ ਤੇ ਗੋ ਦੀ ਸਾਰੀ ਇਹ
ਚਮੜੀ, ਮਿੱਟੀ ਦੀ ਚਮੜੀ, ਅਸੀਂ ਸਾਰੇ ਜੀਆ ਜੰਤ ਮਿੱਟੀ ਦਾ ਚੰਮ ਅਸਲ ਦੇ ਉੱਤੇ ਜਿਹੜੇ ਤੁਰੇ ਫਿਰਦੇ ਹੈਗੇ ਆ। ਸਾਨੂੰ ਜਿਨ੍ਹਾਂ ਨੂੰ ਸੁਰਜੀਤ ਕੀਤਾ, ਸਿਰਜਿਆ ਹੈ ਉਹਨੇ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਉਹ ਫਿਰ ਤੇਰੇ ਜੀਵਨ ਦਾ ਓਟ ਆਸਰਾ ਵੀ ਬਣੇਗਾ। ਸੋ ਇੱਕ ਵਿਸ਼ਵਾਸ ਦਾ ਇੱਕ ਰੂਪ ਇਸ ਤਰੀਕੇ ਨਾਲ ਲੈ ਆਉਣਾ। ਅਦਰਵਾਈਜ਼ ਛੋਟੀਆਂ ਛੋਟੀਆਂ ਗੱਲਾਂ ਬੰਦੇ ਨੂੰ ਬਹੁਤ ਡਰਾਉਂਦੀਆਂ ਨੇ, ਬੜਾ ਉਹਨੂੰ ਫਿਕਰਮੰਦ ਕਰ ਦਿੰਦੀਆਂ ਨੇ। ਜਿਵੇਂ ਕੋਵਿਡ ਦੀ ਸਿਚੁਏਸ਼ਨ ਵਿੱਚ ਵੀ ਅਸੀਂ ਵੇਖ ਲਈਏ, ਜਦੋਂ ਅਜੇ ਇਹਦਾ ਜਸਟ ਜ਼ਿਕਰ ਆ ਰਿਹਾ ਸੀਗਾ ਵੀ ਇਹ ਪੈਂਡੈਮਿਕ ਫੈਲ ਰਹੀ ਹੈ ਇਸ ਤਰੀਕੇ ਨਾਲ, ਜਿਹੜਾ ਡੈਥ ਰੇਟ ਸੀਗਾ ਬੜਾ ਹਾਈ ਸੀਗਾ। ਜਿਵੇਂ ਜਿਵੇਂ ਦਾ ਫੈਲਾਅ ਵਧਿਆ ਡੈਥਸ ਹੋਈਆਂ, ਪਰ ਹੁਣ ਇੱਕ ਲੈਵਲ 'ਤੇ ਜਾ ਕੇ ਡੈਥ ਰੇਸ਼ੋ ਲਗਾਤਾਰ ਥੱਲੇ ਆ ਰਹੀ ਹੈ। ਉਹਦਾ ਵੱਡਾ ਰੀਜ਼ਨ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਇੱਕਦਮ ਮਾਨਸਿਕ ਤੌਰ 'ਤੇ ਘਬਰਾ ਜਾਂਦੇ ਸੀਗੇ, ਡਰ ਜਾਂਦੇ ਸੀ, ਭੈਭੀਤ ਹੋ ਜਾਂਦੇ ਸੀਗੇ, ਉਹਨਾਂ ਦਾ ਉਹ ਭੈ ਡਰ ਵਾਲਾ ਪੱਖ ਜਿਹੜਾ ਉਹ ਨੀਵਾਂ ਹੋਇਆ, ਉਹ ਘਟਿਆ ਹੈ। ਉਹ ਘਟਣ ਦੇ ਨਾਲ ਜਿਹੜੀ ਉਹਨਾਂ ਦੇ ਬਚਣ ਦੀ ਉਮੀਦ ਜਾਂ ਬਚਣ ਦਾ ਜਿਹੜਾ ਰੇਸ਼ੋ ਸੀਗਾ ਉਹ ਵੱਧ ਗਈ ਉਸ ਰੂਪ ਦੇ ਵਿੱਚ। ਇਹੀ ਮਹਾਰਾਜ ਨੇ ਬਿਆਨ ਕੀਤਾ, ਜਦੋਂ ਤੂੰ ਆਪਣੇ ਆਪ ਨੂੰ ਉਸ ਕਰਤੇ ਦੇ ਹਵਾਲੇ ਕਰੇਂਗਾ ਤੇ ਭਰੋਸਾ ਕਰੇਂਗਾ। ਸਾਨੂੰ ਤੇ ਬਿਆਨ ਕੀਤਾ ਗਿਆ, ਅਸੀਂ ਤੇ ਛੋਟੀਆਂ ਛੋਟੀਆਂ ਕਈ ਵਾਰੀ ਬਾਤਾਂ ਕਰਦੇ ਹਾਂ ਤੇ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਉਹ ਆ ਕਿਉਂ ਹੋ ਗਿਆ, ਐਵੇਂ ਨਹੀਂ ਸੀ ਹੋਣਾ ਚਾਹੀਦਾ। ਮਹਾਰਾਜ ਨੇ ਕਿੰਨਾ ਕਲੀਅਰ ਕਿਹਾ ਕਿ ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ। ਜਦੋਂ ਗੋਬਿੰਦ ਕਰ ਰਿਹਾ, ਅਨਹੋਣਾ ਤੇ ਕੁਝ ਵੀ ਨਹੀਂ, ਹੋਣਾ ਹੀ ਹੈ। ਜਦੋਂ ਹੋਣਾ ਹੀ ਹੈ ਤੇ ਫਿਰ ਤੇਰੇ ਫਿਕਰ ਕੀਤਿਆਂ ਕੀ ਹੋਏਗਾ। ਸਭ ਨੇ ਕਿਹਾ ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। हे ਨਾਨਕ, ਇਹ ਗੱਲ ਮੰਨ ਕੇ ਚੱਲ ਕਿ ਇਹ ਜਿਹੜਾ ਸੰਸਾਰ ਆ ਇਹਦੇ 'ਚ ਕੋਈ ਸਥਿਰ ਸਦੀਵ ਕਾਲੀ ਡੇਰਾ ਤੇ ਕਿਸੇ ਦਾ ਵੀ ਨਹੀਂ ਲੱਗਿਆ। ਇਹ ਤੇ ਥੋੜ੍ਹਾ ਜਿਹਾ ਫਰਕ ਇਹ ਪੈ ਗਿਆ ਕਿ ਜਦੋਂ ਮੈਡੀਕਲ ਮਾਡਲ ਡਿਵੈਲਪ ਹੋ ਗਿਆ ਐਲੋਪੈਥੀ ਦੇ ਜ਼ਰੀਏ, ਤੇ ਥੋੜ੍ਹਾ ਜਿਹੜਾ ਵੈਕਸੀਨਸ ਆ ਗਈਆਂ, ਦਵਾਈਆਂ ਆ ਗਈਆਂ, ਤੇ ਬੰਦਿਆਂ ਨੇ ਇਹ ਮਹਿਸੂਸ ਕਰ ਲਿਆ ਕਿ ਕਾਲ ਬਹੁਤ ਦੂਰ ਦੀ ਚੀਜ਼ ਆ। ਅਸੀਂ ਕਾਲ ਜਿੱਤ ਲਿਆ ਸੀ, ਬੰਦੇ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋਇਆ। ਹਾਲਾਂਕਿ ਜੇ ਥੋੜ੍ਹਾ ਪਿਛੋਕੜੇ ਚਲੇ ਜਾਈਏ, ਬਿਲਕੁਲ 100 ਵਰ੍ਹੇ ਪਿੱਛੇ ਅੱਜ ਤੋਂ ਚਲੇ ਜਾਓ ਤੁਸੀਂ, ਅੱਜ ਤੋਂ ਹੀ 100 ਵਰ੍ਹੇ ਪਿੱਛੇ, ਜਦੋਂ ਫਸਟ ਵਰਲਡ ਵਾਰ ਸਮਾਪਤ ਹੋ ਰਹੀ ਹੈ ਤੇ ਜਿਹਨੂੰ ਸਪੈਨਿਸ਼ ਫਲੂ ਕਿਹਾ ਜਾਂਦਾ ਹੈਗਾ, ਇਸ ਤੋਂ ਕਿਤੇ ਖਤਰਨਾਕ ਲੈਵਲ 'ਤੇ ਫੈਲਿਆ ਸੀਗਾ। ਕਿਵੇਂ ਲੋਕਾਂ ਦੀਆਂ ਜਿਹੜੀਆਂ ਨੇ ਇਸ ਤਰੀਕੇ ਨਾਲ ਮੌਤਾਂ ਹੋਈਆਂ ਸਾਰੇ ਦੀਆਂ ਸਾਰੀਆਂ। ਥੋੜ੍ਹਾ ਹੋਰ ਪਿੱਛੇ ਚਲੇ ਜਾਈਏ, ਜਿਹੜੀ ਪਲੇਗ ਆ, ਮਤਲਬ ਤੁਹਾਨੂੰ ਡਾਟਾ ਕੱਢ ਕੇ ਦੇਖੋ, ਐਂ ਲੱਗੇਗਾ ਜਗ੍ਹਾ ਫੈਲਦੀ ਹੋਈ, ਪਿੰਡਾਂ ਦੇ ਪਿੰਡ, ਨਗਰਾਂ ਦੇ ਨਗਰ, ਗਰਾਂ ਦੇ ਗਰਾਂ, ਇਸ ਤਰੀਕੇ ਨਾਲ। ਸੋ ਇਹ ਪੋਸੀਬਿਲਿਟੀ ਹੈ, ਇਹ ਕੁਦਰਤ ਦੇ ਨਿਯਮ ਵਿੱਚ ਹੀ ਹੈ, ਇਹਦੇ ਤੋਂ ਅਸੀਂ ਨੱਠ ਨਹੀਂ ਸਕਦੇ, ਭੱਜ ਨਹੀਂ ਸਕਦੇ। ਇਸ ਕਰਕੇ ਸਾਹਿਬ ਜ਼ਿਕਰ ਕਰਦੇ ਕਿ ਇਹ ਜਿਹੜਾ ਸੰਸਾਰ ਦਾ ਮਾਰਗ ਹੈ, ਇਹਦਾ ਮਤਲਬ ਹੀ ਇਹ ਬਣਦਾ ਹੈ, ਸਰਲ ਕਰ ਲਈਏ ਇਸ ਨੂੰ ਹੋਰ ਜ਼ਿਆਦਾ। ਇਸ ਤੋਂ ਸਰਲਤਾ ਕੀ ਹੋ ਸਕਦੀ ਹੈ। ਬਾਬਾ ਜੀ ਨੇ ਬਿਆਨ ਕੀਤਾ ਕਿ ਜਨਮੰ ਤਾਂ ਮਰਨ, ਜਨਮ ਹੈ ਤੇ ਮਰਨ ਹੋਏਗਾ, ਜੋ ਉਪਜਿਓ ਸੋ ਬਿਨਸ ਹੈ। ਇਹ ਸੰਸਾਰ ਹੈ, ਇਹਦੇ ਵਿੱਚ ਫਿਰ ਰੀਜ਼ਨ ਤੇ ਮਦਰ ਨੇਚਰ ਦੇ ਲਾਅ ਵਿੱਚ ਹੀ ਪਏ ਨੇ। ਕਈ ਤਰ੍ਹਾਂ ਦੇ ਰੀਜ਼ਨ ਪਏ ਨੇ, ਕਿਤੇ ਕੋਈ ਬਿਮਾਰ ਹੋ ਕੇ ਜਾ ਰਿਹਾ ਹੈ, ਕਿਤੇ ਕੋਈ ਨੈਚੁਰਲ ਵੇ ਦੇ ਨਾਲ ਕੁਝ ਜਿਹੜਾ ਹੈਗਾ ਆ ਰਿਹਾ ਹੈ, ਕਿਤੇ ਕੋਈ ਐਕਸੀਡੈਂਟ ਹੈ, ਮਤਲਬ ਇਹ ਸਾਰੇ ਤਰੀਕੇ ਦੇ ਨਾਲ, ਪਰ ਹੈ ਉਹ ਸਾਰੇ ਦੇ ਵਿੱਚ ਹੀ। ਮਹਾਰਾਜ ਇਹ ਅਹਿਸਾਸ ਕਰਾਉਂਦੇ ਬੰਦੇ, ਜੋ ਤੇਰੇ ਵਾਸਤੇ ਤੇਰਾ ਵਿਵੇਕ ਤੈਨੂੰ ਸਮਝਾਉਂਦਾ ਹੈ ਕਾਰਗਰ, ਉਹ ਕਰ, ਭਰੋਸਾ ਕਰਤਾਰ 'ਤੇ ਰੱਖ। ਤੇ ਅਸੀਂ ਤਵਾਰੀਖ 'ਚ ਪੜ੍ਹਦੇ ਹਾਂ ਗੁਰੂ ਅਰਜਨ ਸਰੀਖੀਆਂ ਰੂਹਾਂ ਦੇ ਬਾਬਤ, ਜਾਂ ਹੋਰ ਬਹੁਤ ਸਾਰੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਬਤ ਤੁਸੀਂ ਪੜ੍ਹ ਲਵੋ, ਜੋ ਦਿੱਲੀ ਦੇ ਵਿੱਚ ਜਾ ਕੇ ਮਹਾਰਾਜ ਨੇ ਸਾਰੀ ਉਸ ਵਕਤ ਫੈਲੀ ਹੋਈ ਉਸ ਚੇਚਕ ਦੀ ਬਿਮਾਰੀ ਦੇ ਵਿੱਚ ਇੰਨੀ ਸੇਵਾ ਕੀਤੀ। ਗੁਰੂ ਅਰਜਨ ਸਾਹਿਬ ਨੇ ਪੰਜਾਬ ਦੇ, ਖਾਸ ਕਰਕੇ ਲਾਹੌਰ ਵੱਡਾ ਸ਼ਹਿਰ ਸੀਗਾ, ਹੋਰ ਇਹਦੇ ਨੇੜੇ ਵਾਲੇ ਸ਼ਹਿਰ ਕਸੂਰਪੁਰਾ, ਮੁਲਤਾਨ ਵਗੈਰਾ, ਇਹਨਾਂ ਦੇ ਵਿੱਚ ਵੱਡੇ ਪੱਧਰ 'ਤੇ ਪਲੇਗ ਫੈਲਦੀ ਹੈ। ਤੇ ਜਿਹੜੀ ਗਵਰਨਿੰਗ ਬਾਡੀ ਹੈ ਉਹ ਇੱਕਦਮ ਅੱਜ ਦੇ ਹਾਲਾਤਾਂ ਵਿੱਚ ਦੇਖੋ ਤੁਸੀਂ, ਅੱਜ ਦੇ ਹਾਲਾਤਾਂ ਦੇ ਵਿੱਚ, ਮੈਂ ਬ੍ਰਾਜ਼ੀਲ ਬਾਰੇ ਅੱਜ ਹੀ ਪੜ੍ਹ ਰਿਹਾ ਸੀਗਾ ਕਿ ਬ੍ਰਾਜ਼ੀਲ ਦੀ ਬਾਬਤ ਬੜਾ ਲੋਕਾਂ ਨੇ ਚਰਚਾ ਕੀਤੀ ਵੀ ਦੇ ਆਰ ਨੋਟ ਏਬਲ ਟੂ ਹੈਂਡਲ ਦਿਸ ਪੈਂਡੈਮਿਕ ਪ੍ਰੋਪਰਲੀ ਐਂਡ ਡੈਥ rate is going high, and due to that reason, because all over the world people are criticizing
their government and their governing system, they shut their actually website down. They were thinking, no, we don't want to share our data to the public. ਇਹਦਾ ਮਾਇਨਾ ਕੀ ਹੈ? ਮਾਇਨਾ ਇਹੋ ਹੀ ਹੈ ਕਿ ਭਾਈ ਸਾਨੂੰ ਕੁਛ ਨਾ ਪੁੱਛੋ। ਭਾਈ ਜਿਹੜਾ ਗਵਰਨਿੰਗ ਸਿਸਟਮ ਆ, ਜਿਨ੍ਹਾਂ ਨੇ ਗਵਰਨ ਕਰਨ ਦਾ ਉਸ ਰੂਪ ਦੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਚਲਾਵਾਂਗੇ ਨਿਜ਼ਾਮ, ਅਸੀਂ ਨਿਜ਼ਾਮਤ ਚਲਾਵਾਂਗੇ, ਭਾਈ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਪਰ ਅਕਸਰ ਅਸੀਂ ਦੇਖਦੇ ਹਾਂ ਅੱਜ ਦੇ ਦੌਰ ਦੇ 'ਚ ਹੱਥ ਖੜੇ ਕਰ ਦਿੰਦੇ, ਭਾਈ ਸਾਨੂੰ ਨਹੀਂ ਪਤਾ, ਆਪਣਾ ਆਪ ਸੰਭਾਲੋ। ਬਿਲਕੁਲ ਇਹੋ ਇਸ ਤਰ੍ਹਾਂ ਦੀ ਸਥਿਤੀ ਅਸੀਂ ਪੜ੍ਹਦੇ ਹਾਂ ਇਤਿਹਾਸ ਵਿੱਚ। ਪਰ ਗੁਰੂ ਅਰਜਨ ਸਾਹਿਬ, ਉਹਨਾਂ ਦੇ ਸਿੱਖ, ਉਹਨਾਂ ਦੇ ਵਰਸਾਈਆਂ ਰੂਹਾਂ ਜਿਹੜੀਆਂ ਨੇ ਉਹ ਸੇਵਾ ਕਰਦੀਆਂ ਨੇ, ਮੋਇਆਂ ਨੂੰ ਸਾਂਭਦੀਆਂ ਨੇ। ਜਿਵੇਂ ਅੱਜ ਵੀ ਹੁੰਦਾ ਹੈ ਕਿ ਜੇ ਹੁਣ ਇਸ ਪੈਂਡੈਮਿਕ ਦੇ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਹਦੀ ਜਿਹੜੀ ਖਾਸ ਕਰਕੇ ਉਹਦੇ ਰਿਮੇਨਸ ਨੇ ਉਹਨਾਂ ਨੂੰ ਦੇ ਹੈਵ ਟੂ ਟੇਕ ਕੇਅਰ ਪ੍ਰੋਪਰਲੀ, ਅਦਰਵਾਈਜ਼ ਉਹ ਵੀ ਸਬੱਬ ਬਣ ਸਕਦੇ ਨੇ ਮੁੜ ਕੇ ਫੈਲਾਅ ਦਾ। ਸੋ ਇਸ ਤਰੀਕੇ ਨਾਲ ਗੁਰੂ ਮਹਾਰਾਜ ਦੇ ਸਿੱਖਾਂ ਨੇ ਆਪ ਪੂਰਾ ਉਹਦੇ ਸਾਫ਼ ਸਫਾਈ ਦਾ ਧਿਆਨ ਦਿੱਤਾ। ਉਸ ਸਭ ਚੀਜ਼ਾਂ ਦੇ ਵਿੱਚ ਦਵਾ ਦਾਰੂ ਦਾ ਉਹਨਾਂ ਸਭ ਇੰਤਜ਼ਾਮ। ਫਿਰ ਹੌਲੀ ਹੌਲੀ ਉਹ ਸ਼ਹਿਰ ਵਾਪਸ ਆਇਆ, ਉਹਦੀ ਰੌਣਕ ਵਾਪਸ ਆਈ ਸਭ ਚੀਜ਼ਾਂ ਦੇ ਵਿੱਚ। ਇਹ ਹੈ ਤੁਹਾਨੂੰ ਕੁਦਰਤ ਨੇ ਉਦਮ ਦਿੱਤਾ ਹੈ, ਵਿਵੇਕ ਦਿੱਤਾ ਹੈ, ਉਹਦਾ ਇਸਤੇਮਾਲ ਕਰੋ, ਉਹਦੇ ਵਿੱਚ ਚੱਲੋ, ਘਬਰਾਉਣ ਦੀ ਲੋੜ ਨਹੀਂ। ਸਾਨੂੰ ਤੇ ਇਸ ਲੈਵਲ ਤੇ ਗੁਰੂ ਸਾਹਿਬ ਨੇ ਪ੍ਰਪੇਅਰ ਕੀਤਾ ਕਿ ਮਾਲਕ ਦੇ ਭਰੋਸਾ ਰੱਖ ਕੇ ਜਿੰਨਾ ਤੇਰਾ ਯੋਗਦਾਨ ਬਣਦਾ, ਕੰਟਰੀਬਿਊਸ਼ਨ ਬਣਦਾ, ਉਹਨੂੰ ਕਰ। ਜੇ ਤੂੰ ਆਸਥਾ ਰੱਖਦਾ ਹੈ ਗੋਬਿੰਦਾ, ਜਿਹੜਾ ਧਰਤੀ ਦੇ ਸਾਰੇ ਜੀਆਂ ਜਨਤਾ ਨੂੰ ਬਿੰਦਣ ਵਾਲਾ ਹੈ, ਸਿਰਜਣ ਵਾਲਾ ਹੈ, ਉਪਜਾਉਣ ਵਾਲਾ ਹੈ ਇਸ ਰੂਪ ਦੇ ਵਿੱਚ। ਸੋ ਇੱਥੇ ਸ਼ਬਦ ਆ ਰਿਹਾ ਹੈ, ਗੋਬਿੰਦਾ ਗੁਣ ਗਾਉ ਦਇਆਲਾ। ਹੇ ਤਰਸ ਦੇ ਘਰ, ਦਇਆ ਦੇ ਆਲਿਆ, ਦਇਆ ਦੇ ਖਾਨੇ, ਦਇਆ ਦੇ ਪ੍ਰਤੀਕ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤੇਰਾ ਗੁਣਗਾਨ ਕਰਦਾ, ਮੈਂ ਤੇਰੇ ਗੁਣ ਗਾਉਣਾ। ਹੁਣ ਇਹਨੂੰ ਸੈਕਿੰਡ ਲੈਵਲ 'ਤੇ ਲੈ ਆਈਏ, ਕਿਉਂਕਿ ਖਾਸ ਕਰਕੇ ਸਾਡਾ ਵੱਡਾ ਯੰਗ ਤਬਕਾ ਸੁਣਦਾ ਕਥਾ ਦੇ ਤਰੀਕੇ ਦੇ ਨਾਲ। ਅਤੇ ਜਿਹੜੀ ਗੱਲ ਹੋ ਰਹੀ ਹੈ ਕਿ ਬਲੈਕ ਲਾਈਵਜ਼ ਮੈਟਰ, ਮਤਲਬ ਇਸ ਲੈਵਲ 'ਤੇ ਵੱਡੇ ਪੱਧਰ 'ਤੇ ਅੱਜ ਐਜੀਟੇਸ਼ਨਸ ਹੋ ਰਹੇ ਨੇ ਸਾਰੇ ਉਸ ਰੂਪ ਦੇ ਵਿੱਚ। ਭਾਈ ਮਨੁੱਖ ਕੋਲੋਂ ਇੱਕ ਸਿੱਧੇ ਤੌਰ 'ਤੇ ਗਲਤੀ ਹੋਈ ਹੈ। ਗਲਤੀ ਇਹ ਹੋਈ ਹੈ ਕਿ ਆਈ ਐਮ ਦ ਸੁਪੀਰੀਅਰ ਕੰਪੇਅਰ ਟੂ ਅਦਰਸ। ਮੈਂ ਦੂਜਿਆਂ ਨਾਲੋਂ ਚੰਗਾ ਵਾਂ, ਭਾਵੇਂ ਚਮੜੀ ਦੇ ਰੰਗ ਕਰਕੇ, ਭਾਵੇਂ ਆਪਣੀ ਖਾਸ ਜਾਤ ਕਰਕੇ, ਭਾਵੇਂ ਆਪਣੇ ਕੰਮਕਾਰ ਕਰਕੇ, ਸਰਮਾਏ ਕਰਕੇ, ਰੁਤਬੇ ਕਰਕੇ, ਕਿਸੇ ਹੋਰ ਲਿਆਕਤ ਕਰਕੇ, ਕਿਸੇ ਚੀਜ਼ ਕਰਕੇ ਵੀ। ਇਹ ਜਿਹੜੀ ਗੁਸਤਾਖੀ ਹੈ ਇਹ ਮਨੁੱਖ ਨੂੰ ਮਨੁੱਖ ਹੋਣ ਤੋਂ, ਮਨੁੱਖ ਦੇ ਵਿੱਚ ਜਿਹੜੀਆਂ ਅਸਲ ਸ਼ੁਭਤਾ ਦੀਆਂ ਕਦਰਾਂ ਕੀਮਤਾਂ ਨੇ ਉਹਨਾਂ ਤੋਂ ਉਹਨੂੰ ਰੋਕ ਦਿੰਦੀ ਹੈ। ਇੱਥੋਂ ਹੀ ਵਿਤਕਰਾ, ਇੱਥੋਂ ਹੀ ਪਾਪ ਬੰਦਾ ਕਰਨ ਵਾਸਤੇ ਤੁਰਦਾ ਹੈ। ਗੁਰੂ ਬਾਬਾ ਜੀ ਨੇ ਇਸੇ ਚੀਜ਼ ਨੂੰ ਹੀ ਕਿਹਾ ਸੀਗਾ ਕਿ ਦੇਖ ਰੱਬ ਦਾ ਸਿਮਰਨ ਇਹੋ ਹੀ ਹੈ। ਆਰਤੀ ਦਾ ਸ਼ਬਦ ਪੜ੍ਹਦੇ ਹਾਂ ਨਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਬਾਬਾ ਜੀ ਨੇ ਆਰਤੀ ਦੀ ਗੱਲ ਹੀ ਮੁਕਾਤੀ। ਬਾਬਾ ਜੀ ਕਹਿੰਦੇ there is no need to do any kind of worship to get some kind of happiness or some kind of to try to please Akal Purkh Vaheguru. No, there is no need for that. ਮਹਾਰਾਜ ਫਿਰ ਕਰਨਾ ਕੀ ਹੈ? ਮਹਾਰਾਜ ਨੇ ਕਿਹਾ ਸਿੰਪਲ ਤਰੀਕਾ ਆ, ਇਸ ਚੀਜ਼ ਨੂੰ ਆਪਣੀ ਸੁਰਤ 'ਚ ਪਾਓ ਕਿ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਹਜ਼ਾਰਾਂ ਹਜ਼ਾਰਾਂ ਅੱਖਾਂ ਉਹਦੀਆਂ ਨੇ, ਇੱਕ ਵੀ ਅੱਖ ਉਹਦੀ ਨਹੀਂ। ਸਭ ਅੱਖਾਂ ਵਿੱਚ ਉਹਨੂੰ ਵਸਦੇ ਨੂੰ ਵੇਖੋ, ਸਭ ਮੂਰਤਾਂ 'ਚ ਉਹਨੂੰ ਵੇਖੋ। ਤੇ ਉਸ ਨੂੰ ਕਿਵੇਂ ਵੇਖੋਗੇ? ਮੁਕਿਆਇਆ ਇੱਥੇ, ਸਭ ਮੈਂ ਜੋਤ ਜੋਤ ਹੈ ਸੋਏ। ਸਭ ਉਹਦੀ ਜੋਤ ਕਰਕੇ ਸਭ ਪਸਾਰਾ ਪਸਰਿਆ ਹੈ। ਬੰਦੇ ਨੂੰ ਬਸ ਇੰਨੀ ਸਮਝ ਆ ਜਾਏ। ਮੈਂ ਤਾਂ ਕੁਝ ਸਮੇਂ ਤੋਂ ਇਸ ਸੁਸਾਇਟੀ ਦੇ ਵਿੱਚ ਰਹਿੰਦਿਆਂ ਹੋਇਆਂ ਕਈ ਵਾਰੀ ਗੱਲ ਕਰਦਿਆਂ ਲੋਕਾਂ ਨੂੰ ਦੇਖਦਾ ਹਾਂ ਕਿ ਵੀ ਨੀਡ ਮੋਰ ਟੋਲਰੈਂਸ। we have actually less tolerance. Due to less tolerance we are facing some kind of racism, some kind of discrimination. ਮੈਂ ਕਹਿੰਦਾ ਬੁਨਿਆਦ ਹੀ ਗਲਤ ਹੈ। ਟੋਲਰੈਂਸ ਕੀ ਹੁੰਦਾ ਹੈ? ਇੱਕ ਦੂਜੇ ਨੂੰ ਬਰਦਾਸ਼ਤ ਕਰਨਾ। ਬੰਦਾ ਕਹਿੰਦਾ ਵੀ ਮੈਂ ਤੈਨੂੰ ਟੋਲਰੇਟ ਕਰ ਰਿਹਾ, ਬਸ ਇੰਨਾ ਹੀ ਸਮਝ ਤੂੰ, ਮੈਂ ਤੈਨੂੰ ਬਰਦਾਸ਼ਤ ਕਰ ਰਿਹਾ। ਭਾਈ ਇਹ ਤੇ ਹੈ ਮਨ ਮਾਰ ਕੇ ਬੰਦਾ ਕਰ ਰਿਹਾ ਹੈ। ਇੱਕ ਦੂਜੇ ਨੂੰ ਟੋਲਰੇਟ ਨਾ ਕਰੋ। ਨੋ ਨੋ ਨੋ, ਟਰਾਈ ਟੂ ਐਕਸੈਪਟ ਈਚ ਅਦਰ, ਟਰਾਈ ਟੂ ਲਵ ਈਚ ਅਦਰ। That is the thing. ਇਹ ਹੈ ਇੱਕ ਦੂਜੇ ਨੂੰ ਸਨੇਹ ਕਰਨਾ, ਇੱਕ ਦੂਜੇ ਨੂੰ ਖਲੂਸ ਉਸ ਲੈਵਲ 'ਤੇ ਲੈ ਕੇ ਆਉਣਾ, ਇੱਕ ਦੂਜੇ ਦੇ ਦਰਦ ਨੂੰ ਵੇਖਣਾ। ਇਹ ਹੈ ਬੰਦਗੀ, ਇਹ ਹੈ ਭਗਤੀ, ਇਹ ਹੈ ਉਹਦਾ ਅਸਲ ਗੁਣਗਾਨ ਕਰਨਾ, ਜਿਹਨੂੰ ਸਾਹਿਬ ਨੇ ਇਹ ਵਾਰ-ਵਾਰ ਬਾਣੀ 'ਚ ਬਿਆਨ ਕੀਤਾ ਕਿ ਦੇਖ ਰੱਬ ਦਾ ਤਸੱਵੁਰ,
ਅਸੀਂ ਜਾਪ ਸਾਹਿਬ ਰੋਜ਼ ਪੜ੍ਹਦੇ ਹਾਂ, ਚੱਕਰ ਚਿਹਨ ਅਰ ਬਰਨ ਜ਼ਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀਜੈ। ਜਿਹੜਾ ਹੈ ਹੀ ਅਮਿਤੋਜ, ਅਚਲ ਮੂਰਤ ਹੈ ਜਿਹਦਾ ਚੱਕਰ ਚਿਹਨ ਕੋਈ ਨਹੀਂ, ਸ਼ਕਲ ਸੂਰਤ ਹੈ ਹੀ ਕੋਈ ਨਹੀਂ, ਉਹਨੂੰ ਕਿਵੇਂ ਲੱਭਾਂਗੇ, ਕਿਵੇਂ ਵੇਖਾਂਗੇ, ਕਿਵੇਂ ਪੂਜਾ ਕਰਾਂਗੇ? ਭਾਈ ਉਹਦੀ ਪੂਜਾ ਅਰਚਨਾ ਤੇ ਹੀ ਇਹ ਬਾਣੀ ਕਹਿ ਰਹੀ ਹੈ, ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ। ਉਹਦਾ ਖੋਜੀ ਬਣ, ਢੁੰਡਾਊ ਬਣ ਉਹਦਾ, ਪਰ ਘਟ ਘਟ ਹਰ ਹਿਰਦੇ 'ਚ ਧੜਕਦੇ ਨੂੰ ਦੇਖ। ਜਿਹੜੀ ਸਾਡੀ ਸਾਰਿਆਂ ਦੀ ਪਲਸ ਆ, ਇਹ ਪਲਸ ਅਸਲ 'ਚ ਉਹਦੀ ਜੋ ਜੀਵਨ ਆ ਸਾਡੇ ਵਿੱਚ, ਜੀਵਨ ਨੂੰ ਪਿਆਰ ਕਰ। ਵੱਡੀ ਤਸਵੀਰ ਜ਼ਿੰਦਗੀ ਦੀ ਜਿਹੜੀ ਹੈ ਇਹ ਹੈ ਗੁਣ ਗਾਓ, ਗੁਣਾਤਮਕ ਪੱਖ ਦੇ ਨਾਲ ਉਹਦੇ ਨਾਲ ਐਸੋਸੀਏਸ਼ਨ ਬਣਾਉਣੀ, ਸਾਂਝ ਬਣਾਉਣੀ। ਅਤੇ ਬੰਦਾ, ਇਹ ਤਾਂ ਗੁਰਬਾਣੀ ਦੀ ਰੌਸ਼ਨੀ ਹੈ ਜਿਹੜੀ ਸਾਡੇ ਘਰਾਂ ਵਿੱਚ ਫੈਲੇ, ਸਾਡੇ ਹਿਰਦਿਆਂ 'ਚ ਫੈਲੇ ਅਤੇ ਸਾਡੇ ਜ਼ਰੀਏ ਸਮੁੱਚੀ ਮਾਨਵਤਾ ਉਹਦਾ ਗਾਹਕ ਬਣ ਸਕੇ। ਗੁਣਾਂ ਦੀ ਕਦਰ ਕਰੋ, ਗੁਣ ਗ੍ਰਹਿਣ ਕਰੋ, ਗੁਣੀ ਹੋਵੋ, ਗੁਣੀ ਨਿਧਾਨ ਨਾਲ ਜੁੜੋ ਜਾ ਕੇ। ਕਈ ਵਾਰ ਬੰਦਾ ਵੀ ਕਹਿੰਦਾ ਹਾਂ ਗੁਣ ਤੇ ਧਾਰਨ ਕਰਨਾ ਚਾਹੁੰਦਾ ਵਾ। ਗੁਣ ਕੀ ਹੈ? ਨਫ਼ਰਤ ਦੀ ਥਾਂ 'ਤੇ ਪਿਆਰ ਲੈ ਕੇ ਆ। ਆਪ ਜੀਵਨ ਦੇ ਵਿੱਚ ਜਿਹੜਾ ਇੰਪੇਸ਼ੈਂਟ ਹੋ ਜਾਣਾ, ਕਾਲੇ ਪੈਣ ਦੀ ਥਾਂ 'ਤੇ ਧੀਰਜ ਲੈ ਕੇ ਆ। ਪੇਸ਼ੈਂਸ ਜਿਹੜਾ ਹੈਗਾ ਉਹ ਡਿਵੈਲਪ ਕਰ। ਇਲਿਟਰੇਸ਼ਨ ਦੀ ਬਜਾਏ ਆਪਣੀ ਲਿਟਰੇਸੀ ਨੂੰ ਡਿਵੈਲਪ ਕਰ, ਸਮਝ ਨੂੰ ਡਿਵੈਲਪ ਕਰ, ਜਿਹੜਾ ਵਿਜ਼ਡਮ ਲੈ ਕੇ ਆ। ਇਹ ਗੁਣ ਨੇ ਨਾ, ਇਹਨਾਂ ਗੁਣਾਂ ਦੇ ਜ਼ਰੀਏ ਹੀ ਸੁੱਖ ਆਉਂਦਾ ਹੈ, ਸ਼ਾਂਤੀ ਆਉਂਦੀ ਹੈ, ਚੜ੍ਹਦੀ ਕਲਾ ਆਉਂਦੀ ਹੈ। ਗੁਰੂ ਅਰਜਨ ਸਾਹਿਬ ਕਹਿੰਦੇ, ਦਾਤਾ ਮੈਂ ਤੇਰੇ ਤੋਂ ਮੰਗਦਾ ਆਂ, ਹੇ ਧਰਤੀ ਸਾਰੀ ਨੂੰ ਸਿਰਜਣ ਵਾਲੇ ਗੋਬਿੰਦ ਰੂਪ, ਗੋਬਿੰਦਾ ਗੁਣ ਗਾਵੋਂ ਦਿਆਲਾ, ਮੇਰੇ ਤੇ ਤਰਸ ਕਰ, ਮੈਨੂੰ ਇੱਕ ਗੁਣ ਗਾਣ ਦੀ ਜਾਚ ਸਿਖਾ, ਮੈਂ ਗੁਣਗਾਨ ਕਰਾਂ। ਮੈਂ ਇਹਨਾਂ ਖੂਬੀਆਂ, ਇਹਨਾਂ ਵਰਚੂਜ਼, ਇਹਨਾਂ ਕੁਆਲਿਟੀਜ਼ ਦੇ ਨਾਲ ਆਪਣੇ ਆਪ ਨੂੰ ਜੋੜਾਂ। ਅਗਲਾ ਬਚਨ ਲਿਖਿਆ ਸਾਹਿਬ ਨੇ ਇਹਦੇ ਨਾਲ ਹੀ ਮਹਾਰਾਜ ਬਿਆਨ ਕਰਦੇ ਕਿ ਦਰਸ਼ਨ ਦੇਹ ਪੂਰਨ ਕਿਰਪਾਲਾ, ਤੇ ਫਿਰ ਮੈਨੂੰ ਦਰਸ਼ਨ ਦੇ, ਦਰਸ਼ਨ ਦੇ। ਦੇਖੋ ਜਦੋਂ ਉਹਦੀ ਸ਼ਕਲ ਸੂਰਤ ਕੋਈ ਨਹੀਂ, ਉਹਨੂੰ ਉਸ ਲੈਵਲ 'ਤੇ ਕਲਪਿਆ ਨਹੀਂ ਜਾ ਸਕਦਾ। ਜਿਵੇਂ ਮੈਂ ਆਪਨੇ ਵੀ ਸ਼ਾਇਦ ਕਿਤੇ ਜ਼ਰੂਰ ਰਚਨਾ ਪੜ੍ਹੀ ਹੋਏ, ਪ੍ਰੋਫੈਸਰ ਪੂਰਨ ਸਿੰਘ ਜੀ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਉਹਨਾਂ ਨੇ ਇੱਕ ਜਗ੍ਹਾ 'ਤੇ ਲਿਖਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿਆਰ ਬੜਾ ਕਰਦਾ ਹਾਂ, ਅਤੇ ਇੱਕ ਵਾਰੀ ਮਨ 'ਚ ਇੱਛਾ ਆਈ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਾ ਉਹਨਾਂ ਦੇ ਦੀਦਾਰ ਪਾਉਣੇ ਨੇ। ਅਤੇ ਦੀਦਾਰ ਕਿਵੇਂ ਪਾਵਾਂਗਾ? ਉਹ ਸਮਾਂ ਲੰਘ ਗਿਆ ਹੁਣ, ਅਤੇ ਗੁਰੂ ਸਾਹਿਬ ਦਾ ਚਿੱਤਰ ਬਣਾਉਣਾ, ਫੋਟੋ ਬਣਾਉਣਾ ਗੁਰੂ ਸਾਹਿਬ ਦੀ। ਉਸ ਫੋਟੋ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਾਂਗਾ, ਪਰ ਫੋਟੋ ਬਣਾਵਾਂਗਾ ਕਿਵੇਂ? ਜਾਂ ਤਾਂ ਉਹ ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਿਆ ਹੋਏ, ਉਹਦੇ ਕੋਲੋਂ ਪੁੱਛ ਕੇ ਉਹਨੂੰ ਕਹਾਂ ਵੀ ਨੱਕ ਕਿਵੇਂ ਦਾ ਸੀ, ਅੱਖਾਂ ਕਿਵੇਂ ਦੀਆਂ ਸੀ, ਚਿਹਰਾ ਕਿਵੇਂ ਦਾ ਸੀਗਾ, ਕਿਵੇਂ ਦੀ ਉਹਨਾਂ ਦੀ ਲਾਹੋ ਲਸ਼ਕਤਾ ਸੀ, ਲਲਾਟ ਕਿਵੇਂ ਸੀ, ਦਿਖਦੇ ਕਿਵੇਂ ਦੇ ਸੀਗੇ। ਪਰ ਕੋਈ ਦੱਸਣ ਵਾਲਾ ਤਾਂ ਹੋਏਗਾ ਨਹੀਂ। ਫਿਰ ਉਹ ਕਿਉਂਕਿ ਕਵੀ ਰੂਹ ਸੀਗੇ, ਬੜੇ ਸੁੰਦਰ ਢੰਗ ਦੇ ਨਾਲ ਚੀਜ਼ਾਂ ਨੂੰ ਸਮਝਦੇ, ਐਕਸਪਲੇਨ ਕਰਦੇ ਸੀਗੇ। ਉਹ ਕਹਿੰਦੇ ਕਿਸੇ ਹੋਰ ਨੂੰ ਪਤਾ ਹੋਏ ਨਾ ਹੋਏ, ਸਰਸਾ ਨੂੰ ਤਾਂ ਪਤਾ ਹੋਏਗਾ। ਮੈਂ ਨਾ ਸਰਸਾ ਨੂੰ ਜਾ ਕੇ ਪੁੱਛ ਲੈਂਦਾ ਵਾ, ਕਿਉਂਕਿ ਉਹਦੇ ਵਿੱਚ ਤੇ ਗੁਰੂ ਸਾਹਿਬ ਇਸ਼ਨਾਨ ਕਰਦੇ ਰਹੇ, ਉਹਦੇ ਉੱਤੇ ਤੇ ਗੁਰੂ ਸਾਹਿਬ ਨੇ ਉਹਦੇ ਕਿਨਾਰਿਆਂ ਦੇ ਉੱਤੇ ਜਿਹੜਾ ਹੈਗਾ ਉੱਥੇ ਖੇਡਿਆ, ਮਾਲਿਆ, ਪੂਰੀਆਂ ਰੌਣਕਾਂ ਲਗਾਈਆਂ ਸਾਰੇ ਦੀਆਂ ਸਾਰੀਆਂ ਗੁਰੂ ਸਾਹਿਬ। ਉਹ ਕਹਿੰਦੇ ਕਿ ਗੁਰੂ ਮਹਾਰਾਜ ਅਤੇ ਮੈਂ ਚਿੱਤਰ ਵਾਸਤੇ ਸਰਸਾ ਦਰਿਆ ਦੇ ਕੰਢੇ ਆ ਗਿਆ, ਅਤੇ ਉਸ ਸਟਰੀਮ ਦੇ ਕੰਢੇ ਖੜ੍ਹਾ ਬੈਠ ਕੇ ਮੈਂ ਸਵੇਰੇ ਆਪਣਾ ਜਿਹੜਾ ਹੈਗਾ ਸਟੈਂਡ ਲਗਾਇਆ, ਉਹਦੇ ਉੱਤੇ ਪੇਪਰ ਲਗਾਇਆ, ਅਤੇ ਪੇਪਰ ਕੈਨਵਸ ਵਗੈਰਾ ਲਗਾ ਕੇ ਮੈਂ ਜੋ ਮਾਰਕਰ ਜਾਂ ਪੈਨ ਫੜ ਕੇ ਜਾਂ ਪੈਨਸਿਲ ਫੜ ਕੇ ਉਹਦੇ ਉੱਤੇ ਲਾਈਨਾਂ ਖਿੱਚਣੀਆਂ ਸ਼ੁਰੂ ਕਰਤੀਆਂ। ਜਦੋਂ ਲਾਈਨਾਂ ਖਿੱਚਣੀਆਂ ਸ਼ੁਰੂ ਕਰਦੀਆਂ ਤਾਂ ਮੈਨੂੰ ਲੱਗਾ ਵੀ ਹਾਂ ਐਵੇਂ ਦਾ ਚਿਹਰਾ ਮੋਹਰਾ ਗੁਰੂ ਸਾਹਿਬ ਦਾ ਹੋ ਸਕਦਾ ਹੈ। ਉਹ ਮੈਂ ਚਿੱਤਰ ਕੇ ਥੋੜ੍ਹਾ ਜਿਵੇਂ ਇੱਕ ਰਫ ਜੀ ਲਾਈਨਾਂ ਬਣਾ ਕੇ, ਅਤੇ ਮੈਂ ਉਹ ਪੇਪਰ ਚੱਕਿਆ ਆਪਣੇ ਬੋਰਡ ਤੋਂ, ਅਤੇ ਚੱਕ ਕੇ ਮੈਂ ਸਰਸਾ ਦੇ ਪਾਣੀ ਦੇ ਉੱਤੇ ਰੱਖ ਦਿੱਤਾ, ਅਤੇ ਉਹਨੂੰ ਕਿਹਾ ਕਿ ਦਰਿਆਏ ਸਰਸਾ, ਮੇਰਾ ਕਲਗੀਆਂ ਵਾਲਾ ਮਾਹੀ, ਮੇਰਾ ਦਸ਼ਮੇਸ਼ ਸਤਿਗੁਰੂ, ਮੇਰੇ ਰੂਹ ਦਾ ਮਹਿਬੂਬ, ਉਹ ਐਵੇਂ ਦਾ ਹੀ ਦਿਸਦਾ ਸੀਗਾ। ਤੂੰ ਦੱਸ ਮੈਨੂੰ ਠੀਕ ਹੈ ਨਾ, ਮੇਰਾ ਚਿੱਤਰ ਠੀਕ ਬਣ ਰਿਹਾ ਹੈ? ਉਹ ਕਹਿੰਦੇ ਜਿਵੇਂ ਮੈਂ ਪਾਣੀ ਦੇ ਉੱਤੇ ਰੱਖਿਆ,
ਉਹ ਪਾਣੀ ਉਸ ਚਿੱਤਰ ਨੂੰ ਰੋੜ ਕੇ ਲੈ ਗਿਆ। ਮੈਂ ਇੱਕਦਮ ਮੁਸਕਰਾ ਕੇ ਕਿਹਾ, ਹਾਂ ਸਰਸਾ ਠੀਕ ਹੈ, ਮੈਨੂੰ ਤੇਰਾ ਜਵਾਬ ਮਿਲ ਗਿਆ। ਮੇਰਾ ਮਹਿਬੂਬ ਐਵੇਂ ਦਾ ਨਹੀਂ ਸੀ ਦਿਸਦਾ, ਚੱਲ ਮੈਂ ਦੁਬਾਰਾ ਕੋਸ਼ਿਸ਼ ਕਰਦਾ। ਫਿਰ ਪੇਪਰ ਲਗਾ ਲਿਆ, ਫਿਰ ਬਣਾਇਆ, ਫਿਰ ਲਾਈਨਾਂ ਖਿੱਚੀਆਂ, ਕੋਈ ਚਿਹਰਾ ਮੋਰਾ ਉਭਰਿਆ, ਫਿਰ ਉਠਾਇਆ ਉਹ ਪੇਪਰ, ਫਿਰ ਪਾਣੀ ਤੇ ਰੱਖ ਦਿੱਤਾ। ਪਾਣੀ ਹੁਣ ਰੋੜ ਕੇ ਲੈ ਜਾਏਗਾ, ਫਿਰ ਰੋੜ ਕੇ ਲੈ ਗਿਆ। ਕਹਿੰਦੇ ਠੀਕ ਹੈ, ਇਹ ਵੀ ਜਵਾਬ ਮਿਲ ਗਿਆ। ਐਵੇਂ ਦਾ ਵੀ ਨਹੀਂ ਸੀਗਾ। ਸਵੇਰ ਤੋਂ ਲੱਗਿਆ ਹੋਇਆ ਸ਼ਾਮ ਪੈ ਗਈ, ਪਰ ਇੱਕ ਵੀ ਪੇਪਰ ਜਿਹੜਾ ਹੈ ਉਹ ਉੱਥੇ ਠਹਿਰਿਆ ਨਹੀਂ, ਉਹ ਉਭਰਿਆ ਨਹੀਂ, ਸਭ ਪੇਪਰ ਰੋੜ ਰੋੜ ਕੇ ਜਾਂਦੇ ਰਹੇ। ਸ਼ਾਮ ਪਈ, ਜਦੋਂ ਹਨੇਰਾ ਪਸਰਨ ਲੱਗਾ ਤੇ ਪ੍ਰੋਫੈਸਰ ਸਾਹਿਬ ਕਹਿੰਦੇ ਹਾਂ ਸਰਸਾ, ਮੈਨੂੰ ਹੁਣ ਤੇਰਾ ਪੂਰਾ ਜਵਾਬ ਮਿਲ ਗਿਆ। ਪੂਰਾ ਜਵਾਬ ਇਹ ਹੈ ਕਿ ਮੇਰਾ ਕਲਗੀਆਂ ਵਾਲਾ ਕਿਹੋ ਜਿਹਾ ਦਿਸਦਾ ਸੀ, ਕਿਹੋ ਜਿਹਾ ਲੱਗਦਾ ਸੀ, ਕਿਹੋ ਜਿਹਾ ਉਹਦਾ ਸ਼ਕਲੋ ਸੂਰਤ ਸਭ ਸੀ, ਇਹਦੇ ਬਾਰੇ ਤੂੰ ਵੀ ਨਹੀਂ ਦੱਸ ਸਕਦੇ। ਤੇਰੇ ਵਿੱਚ ਵੀ ਇੰਨੀ ਜਿਹੜੀ ਹੈ ਐਬਿਲਿਟੀ ਨਹੀਂ ਹੈਗੀ, ਸਮਰੱਥਾ ਨਹੀਂ ਹੈਗੀ ਕਿ ਤੂੰ ਮੇਰੇ ਕਲਗੀਆਂ ਵਾਲੇ ਨੂੰ ਮੇਰੇ ਸਾਹਮਣੇ ਵਿਖਾ ਸਕੇ। ਹੁਣ ਇਹ ਕੀ ਹੈ? ਸਿੱਖ ਜਿਹੜਾ ਹੈ ਨਾ, ਇਹ ਚਿੱਤਰ ਪੂਜਕ ਨਹੀਂ ਹੈਗਾ, ਇਹ ਚਰਿੱਤਰ ਪੂਜਕ ਹੈ, ਚਰਿੱਤਰ ਧਾਰਨ ਕਰਨ ਵਾਲਾ ਹੈ। ਇਹਦੀ ਐਗਜ਼ੈਕਟਲੀ ਬਾਤ ਜਿਹੜੀ ਹੈ ਅਸੀਂ ਪੜ੍ਹਦੇ ਹਾਂ ਤਵਾਰੀਖ ਦੇ ਵਿੱਚੋਂ। ਨਾਂਦੇੜ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਕਿਹਾ ਕਿ ਬਸ ਤਸਵੀਰ ਪੂਰੀ ਹੋ ਗਈ, ਹੁਣ ਅੱਜ ਤੋਂ ਬਾਅਦ ਆਪਾਂ ਗ੍ਰੰਥ ਤੇ ਪੰਥ ਦੀ ਤਾਬੇਦਾਰੀ 'ਚ ਜਾਵਾਂਗੇ। ਗ੍ਰੰਥ ਰੂਹ ਹੋਏਗੀ, ਪੰਥ ਸਰੀਰ ਹੋਏਗਾ। ਆਤਮਾ ਗ੍ਰੰਥ 'ਚ, ਸਰੀਰ ਪੰਥ 'ਚ। ਇਹ ਬਾਤ ਗੁਰੂ ਬਾਬਾ ਜੀ ਨੇ ਹੁਕਮ ਦੇ ਰੂਪ ਵਿੱਚ ਕੀਤੀ। ਸੰਗਤਾਂ ਨੇ ਫੁੱਲ ਚੜਾਏ, ਜੋ ਗੁਰੂ ਪਾਸ ਜਿਵੇਂ ਹੁਕਮ ਹੈ ਤਾਂ ਆਪ ਜੀ ਦਾ। ਉੱਥੇ ਗੁਰੂ ਸਾਹਿਬ ਨੂੰ ਕੁਝ ਬਚਨ ਹੋਏ। ਫਿਰ ਉਹਨਾਂ ਬਚਨਾਂ ਦੇ ਵਿੱਚ ਗੱਲ ਇਹ ਵੀ ਆਈ, ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਕੁਝ ਸਿੱਖਾਂ ਨੇ ਬਿਆਨ ਮਹਾਰਾਜ ਨਾਲ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਗੱਲ ਕੀਤੀ, ਪਾਤਸ਼ਾਹ ਹੁਣ ਤੇ ਹੁੰਦਾ ਤੁਹਾਡੇ ਕੋਲ ਆਉਂਦੇ ਆ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਤੁਹਾਡੇ ਨਾਲ ਨਿਹਾਰਦੇ ਹਾਂ, ਤੁਹਾਡੇ ਕੋਲੋਂ ਸਲਾਹਾਂ ਬਾਤਾਂ ਸਭ ਕੁਝ ਇਸ ਤਰੀਕੇ ਨਾਲ। ਜਦੋਂ ਸ਼ਖਸੀ ਹਸਤੀ ਗੁਰੂ ਦੀ ਇਸ ਤਰ੍ਹਾਂ ਨਹੀਂ ਰਹੇਗੀ, ਗੁਰੂ ਇੱਕ ਇੰਸਟੀਟਿਊਸ਼ਨ ਦੇ ਰੂਪ, ਸੰਸਥਾ ਦੇ ਰੂਪ ਵਿੱਚ ਬਣ ਜਾਏਗਾ, ਮਹਾਰਾਜ ਅਸੀਂ ਇਸ ਚੀਜ਼ ਤੋਂ ਵਿਰਵੇ ਹੋ ਜਾਵਾਂਗੇ। ਮਹਾਰਾਜ ਕਹਿੰਦੇ ਕੋਈ ਵਿਰਵੇ ਨਹੀਂ ਹੋਣ ਵਾਲੀ ਗੱਲ, ਤੁਸੀਂ ਆਓ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਕਰੋ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈਗਾ ਵਾਕ ਲਵੋ, ਉਹ ਵਾਕ ਗੁਰੂ ਕਾ ਵਾਕ ਹੁਕਮ ਹੈ, ਗੁਰੂ ਨਾਲ ਬਾਤ ਪਾਓ, ਬਾਣੀ ਪੜ੍ਹੋ, ਸਭ ਇਸ ਕਿਸਮ ਦੇ ਨਾਲ ਸਾਰੀ ਬਾਤ ਹੈ। ਮਹਾਰਾਜ ਠੀਕ ਹੈ। ਮਹਾਰਾਜ ਕਦੀ ਕਦਾਰ ਚਿੱਤ ਕਰਦਾ ਹੈ, ਅੱਜ ਤੁਹਾਡੇ ਬਚਨ ਸੁਣਨੇ ਨੇ, ਬੋਲ ਸੁਣਨੇ ਨੇ, ਉਹ ਤੇ ਹੈ, ਚਲੋ ਉਹ ਤੇ ਮਿਲ ਜਾਣ, ਪਰ ਕਦੀ ਕਦੀ ਚਿੱਤ ਕਰਦਾ ਬਸ ਅੱਜ ਤੁਹਾਨੂੰ ਨਿਹਾਰ ਕੇ ਹੀ ਆਉਣਾ, ਤੁਹਾਨੂੰ ਵੇਖ ਕੇ ਆਉਣਾ, ਸਿਰਫ ਤੁਹਾਨੂੰ ਤੱਕਣਾ ਹੀ ਹੈ, ਬਸ ਇਸ ਤੋਂ ਬਾਅਦ ਕੁਛ ਨਹੀਂ ਹੈਗਾ। ਮਹਾਰਾਜ ਕਦੀ ਇਹੋ ਜਿਹੀ ਜੇਲ੍ਹ 'ਚ ਖਾਸ਼ ਆਏ, ਫਿਰ ਕਿੱਥੇ ਜਾਵਾਂਗੇ? ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਤਿਆਰ ਬਰ ਤਿਆਰ ਪੰਜਾਂ ਦੇ ਦਰਸ਼ਨ ਪਾਇਓ ਜੇ, ਵਿੱਚ ਮੈਂ ਹੋਵਾਂਗਾ। ਇਹ ਹੈ ਦੀਦਾਰ, ਖਾਲਸਾਈ ਦੀਦਾਰ ਜਿਹੜਾ ਹੈ। ਠੀਕ ਪਾਤਸ਼ਾਹ, ਸ਼ੁਕਰ ਤੁਸੀਂ ਰਾਹ ਦੱਸ ਦਿੱਤਾ। ਫਿਰ ਸਵਾਲ ਆਇਆ ਮਹਾਰਾਜ, ਕਿਤੇ ਐਵੇਂ ਦਾ ਸਮਾਂ ਨਾ ਆਵੇ, ਪਰ ਕੱਲ ਨਾਮ ਕਾਲ ਦਾ ਹੈ, ਪਤਾ ਥੋੜ੍ਹਾ ਲੱਗਦਾ, ਕਿਤੇ ਪੰਜ ਵੀ ਨਾ ਮਿਲਣ, ਫਿਰ ਕਿੱਥੇ ਜਾਵਾਂਗੇ? ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਕਿਸੇ ਤਿਆਰ ਖਾਲਸੇ ਨੂੰ ਵੇਖਿਆ ਜੇ, ਜਿਹਦਾ ਬਾਣੀ ਦਾ, ਬਾਣੇ ਦੀ ਪਰਪੱਕਤਾ ਆ, ਉਹਦੀ ਉਸ ਰਹਿਣੀ ਰਹਿਤ ਵਿੱਚੋਂ, ਉਹਦੇ ਜੀਵਨ ਜਾਚ ਵਿੱਚੋਂ ਤੁਹਾਨੂੰ ਗੁਰੂ ਦੇ ਗੁਣ ਦਿਸਣਗੇ, ਉਹ ਗੁਣਾਤਮਕ ਪੱਖ ਦਿਸੇਗਾ, ਉਹਦੇ ਵਿੱਚੋਂ ਦੀਦਾਰ ਹੋਣਗੇ। ਮਹਾਰਾਜ ਸਤ ਬਚਨ, ਜੇ ਕਿਤੇ ਵੀ ਸਮਾਂ ਨਾ ਬਣੇ, ਕਦੀ ਕੋਈ ਐਵੇਂ ਵੀ ਨਾ ਦਿਸੇ, ਫਿਰ ਕੀ ਕਰਾਂਗੇ? ਮਹਾਰਾਜ ਕਹਿੰਦੇ ਫਿਰ ਵੀ ਘਬਰਾਉਣ ਦੀ ਲੋੜ ਨਹੀਂ, ਆਪ ਬਾਣੀ ਦਾ ਧਾਰ ਨਹੀਂ ਹੋਈ, ਬਾਣੇ ਦਾ ਧਾਰ ਨਹੀਂ ਹੋਈ, ਬਾਣੀ ਪੜ੍ਹੀ, ਨਿਤਨੇਮ ਕਰੀ, ਸ਼ੀਸ਼ੇ ਦੇ ਸਾਹਮਣੇ ਖੜਾ ਹੋ ਜਾਈਂ, ਜਾ ਕੇ ਫਤਿਹ ਬੁਲਾਈ, ਜੋ ਸ਼ੀਸ਼ੇ 'ਚੋਂ ਦਿਸੇਗਾ ਉਹ ਤੂੰ ਨਹੀਂ ਹੋਏਗਾ, ਮੇਰਾ ਰੂਪ ਹੋਏਗਾ। ਹੁਣ ਇਹਦਾ ਮਾਇਨਾ ਕੀ ਹੈ? ਮੈਂ ਪਹਿਲਾਂ ਤਸਵੀਰ ਤੋਂ ਬਾਤ ਸ਼ੁਰੂ ਕੀਤੀ ਤੇ ਇੱਥੇ ਲਿਆਂਦੀ। ਦੇਖੋ ਦਰਸ਼ਨ ਹੈ ਨਾ, ਗੁਰੂ ਕਾ ਦਰਸ਼ਨ, ਰੱਬ ਦਾ ਦਰਸ਼ਨ, ਇਹ ਤੁਹਾਡੇ ਅਮਲਾਂ ਵਿੱਚੋਂ ਹੋਣਾ ਆ, ਤੁਹਾਡੇ ਕਰਮਾਂ ਵਿੱਚੋਂ ਹੋਣਾ ਆ। ਜੇ ਕੋਈ ਵਾਕਿਆ 'ਚ ਹੀ ਕਰਨਾ ਚਾਹੁੰਦਾ ਹੈ ਗੁਰੂ ਦੇ ਦਰਸ਼ਨ, ਆਪਣੇ ਸੁਭਾਅ ਨੂੰ ਵੇਖੇ। ਸੁਭਾਅ ਗੁਰੂ ਨਾਲ ਮੈਚ ਕਰਦਾ, ਗੁਰੂ ਦੀਆਂ ਦੱਸੀਆਂ ਬਾਤਾਂ ਨਾਲ ਮੈਚ ਕਰਦਾ, ਸਮਝੋ ਗੁਰੂ ਦੇ ਦਰਸ਼ਨ ਹੋ ਰਹੇ ਨੇ।
ਜੇ ਮੈਚ ਨਹੀਂ ਨਾ ਹੋ ਰਿਹਾ, ਅਜੇ ਦਰਸ਼ਨ ਨਹੀਂ ਹੈਗੇ, ਅਜੇ ਦੂਰੀ ਹੈ। ਇਹ ਹੈ ਅਸਲ। ਤੇ ਇਹੀ ਹੈ, ਇਹਨੂੰ ਤੁਸੀਂ ਮਾਡਰਨ ਸਾਇੰਸ 'ਚ ਲੈ ਆਓ। ਜਿਹੜਾ ਫਲਸਫਾ ਮੰਨਣਾ ਆ, ਕਿਸੇ ਖਾਸ ਆਈਡੀਓਲੋਜੀ ਨੂੰ ਐਕਸੈਪਟ ਕਰਕੇ, ਅਡਾਪਟ ਕਰਕੇ ਉਸ ਅਡਾਪਟੇਸ਼ਨ ਦੇ ਵਿੱਚ ਜਾਣਾ, ਜਿਹੜੇ ਕਿਸੇ ਰਾਵਾਂ ਵਿਚਾਰਾਂ ਦੀ, ਇਹ ਕੀ ਹੈ? ਐਕਚੁਅਲ ਲੈਵਲ 'ਤੇ ਆਪਣੇ ਆਪ ਨੂੰ ਕਿਸੇ ਖਾਸ ਰਾਹ ਦੇ ਉੱਤੇ ਤੋਰ ਕੇ ਉਹਦੇ ਵਰਗੇ ਬਣਨਾ ਆ। ਇੱਥੇ ਮਹਾਰਾਜ ਨੇ ਬਿਆਨ ਕੀਤਾ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੇਰੀ ਤੇਰੇ ਅੱਗੇ ਅਰਦਾਸ ਹੈ, ਤੇ ਅਰਦਾਸ ਹੈ ਦਰਸ਼ਨ ਦੇਹ ਪੂਰਨ ਕਿਰਪਾਲਾ। ਹੇ ਪੂਰੀ ਕਿਰਪਾ ਕਰਨ ਵਾਲੇ, ਤੇਰੀ ਕਿਰਪਾ 'ਚ ਕੋਈ ਕਮੀ ਖਾਮੀ ਨਹੀਂ। ਤੂੰ ਕਿਰਪਾ ਦੇ ਘਰ ਵਿੱਚ ਆਏ ਤੇ ਆ ਵੀ ਮੈਨੂੰ ਬਖਸ਼ਿਸ਼ ਦਰਸ਼ਨ ਦੇ ਸਕਣਾ, ਨਵਾਜ਼ ਸਕਣਾ ਮੈਨੂੰ। ਤੇ ਕਈ ਵਾਰ ਹੁੰਦਾ ਵੀ ਹੈ, ਅਸੀਂ ਕਿਸੇ ਬੰਦੇ ਨੂੰ ਵੇਖਦੇ ਹਾਂ, ਉਹਦਾ ਅਮਲ ਵੇਖਦੇ ਹਾਂ, ਉਹਦਾ ਕਰਮ ਵੇਖਦੇ ਹਾਂ, ਤੇ ਅਮਲ ਕਰਮ ਵੇਖ ਕੇ ਮਨ ਵਿੱਚ ਇੱਕਦਮ ਆਵਾਜ਼ ਆਉਂਦੀ ਹੈ, ਰੱਬ ਦਾ ਹੀ ਬੰਦਾ ਹੈ ਜੀ ਬਸ। ਇਹ ਕੀ ਹੈ ਭਾਈ? ਬੰਦਾ ਫਲਾਂ ਤੇ ਰੱਬ ਬਣ ਕੇ ਬੌੜਿਆ, ਇਹ ਕੀ ਹੈ ਭਾਈ? ਇਹ ਤੇ ਬਸ ਇੰਝ ਕਹਿ ਲਓ ਕਿ ਮੇਰੇ ਗੁਰੂ ਦੀ ਹੀ ਅਸਲ ਦੇ ਵਿੱਚ ਨਵਾਜ਼ਿਸ਼ ਆ। ਇਹ ਕੀ ਹੈ? ਦਰਸ਼ਨ। ਇਹ ਹੈ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਉਹ ਗੁਰੂ ਵਰਤਦਾ ਆ, ਉਹ ਰੱਬ ਵੀ ਵਰਤਦਾ ਆ। ਸਭ ਕਹਿੰਦੇ ਮੇਰੇ ਤੇ ਬਖਸ਼ਿਸ਼ ਕਰੀ, ਮੈਂ ਉਸ ਦਰਸ਼ਨ ਨੂੰ ਮਾਣ ਸਕਾਂ, ਆਪਣੇ ਹੀ ਅਮਲ, ਆਪਣੇ ਹੀ ਪਿਛੋਕੜ, ਆਪਣੇ ਹੀ ਬੀਤੇ ਨੂੰ ਦੇਖਾਂ, ਜੋ ਕਰਕੇ ਆਇਆ ਵਾਂ, ਜੋ ਕਰ ਰਿਹਾ ਵਾਂ, ਵਿੱਚੋਂ ਸ਼ੁਕਰ ਦੀ ਬਾਤ ਆਵੇ ਤੇ ਆਵਾਜ਼ ਆਏ, ਮਾਲਕਾ ਤੂੰ ਹੀ ਤਰਸ ਕਰਨ ਵਾਲਾ, ਤੇਰੀ ਹੀ ਕਿਰਪਾ ਆ, ਤੂੰ ਆਪਣਾ ਅਸਲ ਅਮਲ ਕਰਵਾ ਰਿਹਾ, ਮੇਰੇ ਤੋਂ ਅਸਲ ਕਰਮ ਕਰਵਾ ਰਿਹਾ। ਇਹਦੀ ਮੰਗ ਕਰ ਰਹੇ ਨੇ ਗੁਰੂ ਅਰਜਨ ਸਾਹਿਬ ਦੇ ਵਿੱਚ। ਇਹ ਰਹਾ ਉਹਦਾ ਬੰਦ ਆ। ਅਗਲੇ ਪੰਕਤੀਆਂ ਨੇ, ਕਰ ਕਿਰਪਾ ਤੁਮ ਹੀ ਪ੍ਰਤਿਪਾਲਾ। ਕਿਰਪਾ ਕਰਨ ਵਾਲਾ ਤੂੰ ਪ੍ਰਤਿਪਾਲਕ ਹੈ। ਪ੍ਰਤਿਪਾਲਕ, ਦੇਖੋ ਇਸ ਚੀਜ਼ ਨੂੰ ਜਦੋਂ ਬੰਦਾ ਬਹੁਤ ਰੈਸ਼ਨਲ ਮਾਈਂਡਡ ਹੋ ਜਾਏ, ਬੜਾ ਤਾਰਕਿਕ ਵੇ ਦੇ ਨਾਲ, ਰੱਬ ਕਦੋਂ ਪਾਲਣ ਵਾਲਾ, ਰੋਟੀ ਆਪ ਕਮਾਉਂਦੇ ਹੋ, ਖਾਂਦੇ ਆਪ ਹੋ, ਇਸ ਤਰ੍ਹਾਂ ਮਤਲਬ ਦੇਰ ਆਰ ਸੋ ਮੈਨੀ ਥਿੰਗਸ ਪੀਪਲ ਕੈਨ ਸੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਆ ਪੈਂਡੈਮਿਕ ਦੀ ਹਾਲਤ ਆ, ਜਿਨ੍ਹਾਂ ਲੋਕਾਂ ਨੇ ਕਦੀ ਸੋਚਿਆ ਵੀ ਨਹੀਂ ਸੀਗਾ। ਆਈ ਕੈਨ ਟੈਲ ਯੂ 2 ਐਗਜ਼ਾਮਪਲਸ ਇਨ ਕੈਨੇਡੀਅਨ ਇਕੋਨਮੀ। ਨੰਬਰ 1 ਐਗਜ਼ਾਮਪਲ, I have actually seen or heard so many times people were saying, ਇੱਕ ਇੰਡਸਟਰੀ ਉਹਦੇ 'ਚ ਪੈਸਾ ਲਗਾ ਦਿਓ ਕਦੀ ਡੁੱਬੇਗਾ ਹੀ ਨਹੀਂ, ਲੋਕਾਂ ਨੇ ਖਾਣ ਤੋਂ ਥੋੜ੍ਹਾ ਹਟਣਾ ਹੈ, ਬਸ ਰੈਸਟੋਰੈਂਟ ਇੰਡਸਟਰੀ, ਲੋਕਾਂ ਨੇ ਖਾਣ ਤੋਂ ਥੋੜ੍ਹਾ ਹਟਣਾ ਹੈ। ਇਹੋ ਜਿਹੀ ਇੰਡਸਟਰੀ ਦੇ ਵਿੱਚ ਜਿਹੜੀ ਹੌਸਪੀਟਲਾਈਜ਼ ਜਿਹੜੀ ਹੈ, ਖਾਸ ਕਰਕੇ ਹੌਸਪਿਟੈਲਿਟੀ ਪ੍ਰੋਵਾਈਡ ਕਰਦੀ ਹੈਗੀ, ਹੋਟਲ ਇੰਡਸਟਰੀ। ਫਿਰ ਉਸ ਤੋਂ ਬਾਅਦ ਬਾਤ ਆਈ ਜਿਵੇਂ ਖਾਸ ਕਰਕੇ ਵੰਡਰਲੈਂਡ ਵਰਗੀਆਂ ਜਗ੍ਹਾ ਨੇ, ਜਿਹੜੇ ਇਹ ਖਾਸ ਕਰਕੇ ਅਮਿਊਜ਼ਿੰਗ ਪਾਰਕ ਨੇ, ਸਾਰੇ ਇਹਨਾਂ ਦੇ ਸਰਮਾਇਆ ਲਾ ਦਿਓ। ਆਉਣ ਵਾਲੀ ਦੁਨੀਆ ਐਵੇਂ ਦੀ ਦੁਨੀਆ ਹੋਏਗੀ। ਹਾਲਤ ਵੇਖੋ ਅੱਜ। ਇਹ ਬੰਦੇ ਦੀਆਂ ਚਿਤਵਰੀਆਂ ਜਿਹੜੀਆਂ ਨੇ ਨਾ, ਮਤਲਬ ਮਹਾਰਾਜ ਨੇ ਬਿਆਨ ਕੀਤਾ ਵੀ ਮਤਾ ਕਰੈ ਪੱਛਮ ਕੀ ਤਾਈ ਪੂਰਬ ਹੀ ਲੈ ਜਾਤ। ਬੰਦਾ ਮਤੇ ਪਕਾਉਂਦਾ ਵੀ ਲੈ ਆਪਾਂ ਤੇ ਜਿੱਤ ਲਿਆ ਸਾਰਾ ਕੁਝ, ਕਿ ਆਪਾਂ ਤੇ ਹੁਣ ਆਪਣੀ ਮਰਜ਼ੀ ਨਾਲ, ਇਸ ਤੋਂ ਪਿੱਛੇ ਥੋੜਾ ਹੋਰ ਚਲੇ ਜਾਓ। ਸੋਚਿਆ ਜਾ ਸਕਦਾ ਸੀਗਾ ਵੀ ਅਸਮਾਨ ਖਾਲੀ ਹੋਣਗੇ। 10% ਜਿਹੜਾ ਹੈਗਾ ਐਰੋਸਪੇਸ ਨਹੀਂ ਯੂਜ਼ ਹੋ ਰਿਹਾ ਅੱਜ ਦੀ ਤਾਰੀਖ ਦੇ ਵਿੱਚ, ਤੇ ਆਉਂਦੇ ਵਰਿਆਂ ਦੇ ਵਿੱਚ ਸੋਚਿਆ ਜਾ ਰਿਹਾ ਵੀ ਕਦੀ ਸ਼ਾਇਦ ਉਸ ਹਾਇਰ ਕੈਪੈਸਿਟੀ ਤੋਂ ਉਹ ਦੁਬਾਰਾ ਵਾਪਸ ਵੀ ਆ ਸਕੇਗਾ। ਉਹਨੂੰ ਛੱਡੋ, ਸਮੁੰਦਰਾਂ ਦੇ ਵਿੱਚ ਕਰੂਜ਼ ਚੱਲਦੇ ਸੀਗੇ। ਮਤਲਬ ਇਹ ਕਿ ਗੋਲਡ ਮਾਈਨ ਕਹਿੰਦੇ ਸੀ ਲੋਕ ਵੀ ਦੈਟ ਇਜ਼ ਗੋਲਡ ਮਾਈਨ, ਯੂ ਨੋ, ਇਫ ਐਨੀਬਡੀ ਹੈਵ ਐਕਚੁਅਲੀ ਐਨੀ ਕਾਈਂਡ ਆਫ ਐਕਸੈਸ ਟੂਵਰਡ ਦ ਕਰੂਜ਼ ਇੰਡਸਟਰੀ, ਦੈਟ ਮੀਨ ਜਸਟ ਗੋਲਡ ਮਨੀ, ਨਥਿੰਗ ਐਲਸ। ਹਾਲਤ ਵੇਖੋ ਅੱਜ ਕੀ ਬਣੀ ਪਈ ਹੈ। ਸੋ ਇਹ ਹੈ ਕਿ ਇਹ ਕਰਤੇ ਦੀ ਵਿਦਿਆ, ਯੂ ਨੈਵਰ ਨੋ ਕਿਸ ਸਮੇਂ ਕਿਹੜਾ ਕਿਸ ਤਰੀਕੇ ਦਾ ਚੱਕਰ ਚੱਲਣਾ, ਕਿਸ ਰੂਪ ਦੇ ਵਿੱਚ। ਕਦੀ ਜਿਹਨਾਂ ਦੇ ਕੋਲ ਕੋਲੇ ਦੀਆਂ ਖਾਨਾਂ ਹੁੰਦੀਆਂ ਸੀ, ਉਹ ਕਹਿੰਦੇ ਸੀ ਬੱਲੇ 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 ਭਾਈ, ਕੋਲੇ ਦੀ ਖਾਨ, ਰੰਗ ਹੀ ਕਾਲਾ ਕੋਲੇ ਦਾ, ਬਾਕੀ ਤੇ ਹੀਰੇ ਤੋਂ ਕੀਮਤੀ ਹੈ। ਵਕਤ ਆਇਆ, ਪੋਲਿਊਸ਼ਨ ਵਧਿਆ, ਲੋਕਾਂ ਕਿਹਾ ਬਿਨਾਂ ਜੋ ਮਰਜ਼ੀ ਹੋ ਜਾਏ ਕੋਲੇ ਦਾ ਪਲਾਂਟ ਨਹੀਂ ਲੱਗਣ ਦੇਣਾ। ਹਾਂ, ਉਹ ਪੰਜਾਬ ਵਿੱਚ ਵੱਖਰੀ ਗੱਲ, ਜਗ੍ਹਾ ਜਗ੍ਹਾ ਖੋਲ੍ਹਤੇ ਉਹਨਾਂ ਨੇ, ਪਰ ਵੈਸੇ ਇਹਨਾਂ ਮੁਲਕਾਂ 'ਚ ਦੇਖੋ ਕੀ ਹਾਲਤ ਹੈ। ਉਹ ਮਤਲਬ ਇਹ ਹੈ, ਇਹ ਚੀਜ਼ਾਂ ਜਿਹੜੀਆਂ ਨੇ ਇੱਥੋਂ ਸਾਰਿਆਂ ਨੂੰ ਵੇਖ ਕੇ ਬੰਦੇ ਨੂੰ ਪਤਾ ਲੱਗਦਾ ਹੈ, ਭਾਵੇਂ ਮੈਂ ਜਿੰਨਾ ਮਰਜ਼ੀ ਐਜੂਕੇਟਡ ਹੋ ਗਿਆ, ਜਿੰਨੇ ਮਰਜ਼ੀ ਮੈਂ ਵੱਡੇ ਪਲਾਨਿੰਗਸ ਕਰਦਾ, ਸਭ ਇੱਕ ਮਦਰ ਨੇਚਰ ਦਾ ਆਪਣਾ ਵੀ ਪਲਾਨ ਹੈ, ਜਿਹੜਾ ਜੋ ਮਨ ਚਿਤ ਨਾ ਚੇਤੇ ਸੰਸਾ ਗਾਲੀ ਰੱਬ ਕੀਆਂ। ਇਸੇ ਕਰਕੇ ਸਿੱਖ ਦਾ ਵਿਸ਼ਵਾਸ ਹੈ, ਅਰਦਾਸ ਕਰਿਆ ਕਰ, ਟਰਾਈ ਟੂ ਪ੍ਰੇ ਟੂਵਰਡ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਬਖਸ਼ਿਸ਼ ਕਰੀ, ਤੂੰ ਹੀ ਦੇਹਿੰਦਿਆਂ
सानू तो बचन इत्थों तक सिखाया गया कि उस दाते दा शुक्र शुक्र करया कर ते क्या कर, जिह प्रसाद छत्ती अमृत खाहे तिस ठाकुर को रख मन माहे। अपने अंदरों आवाज़ां दिया कर इस रूप दे विच भी दाता तू ही दहिंदा है, दद्दा दाता एक है सबको देवनहार, दिंदा है तोड़ ना आवई अगंत परे भंडार। दाता तेरा दिता ही खा रहे हैं, तू ही है। पर जे बंदा के नो 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 आई एम द अर्नर, यू नो वी आर द एक्चुअली डूअर्स। ठीक है भाई, तुसी डूअर हो, तुसी अर्नर हो, पर सपोज इसे लैवल ते लै आओ, अज पेंडेमिक की हालत च क्या जा रहा है, मैंटल हैल्थ का पता कोई नहीं, ध्यान रखो अपना। माड़ी जी चीज सज्जों खब्बे हो गई, चंगियां चंगियां जॉबां करते पढ़े लिखे सियाने लोग हॉस्पिटलों तुरे फिरते वेखते हो तुसीं, ये की है। फिर अखीर इत्थे बात आउंदी है, अरदास करो शायद हो सकदा तरस करे पल्ला बढ़ाए। इत्थे गुरु अर्जन साहब ने बात की, महाराज कहिंदे हकीकत यह है, कर कृपा तुम ही प्रतिपालो, तू तरस कर ते तू ही प्रतिपालना करने वाला है। राह विखाई हो जिस राह ते तुरदियां होया मैं अपने जीवन नूं सही रूप विच मान सकां, जी सकां। जियो पिंड सब तुमरा माला, माला माल, ये माल किसी होर दा नहीं, तेरा ही दिता माल। अरदासां रोज़ पढ़ते हैं या रोज़ करते हैं, महाराज अगे बयान करते हैं, तुम दाते ठाकुर प्रतिपालक नायक खसम हमारे मालक। तू दाता, तू नायक, तू प्रतिपालना करने वाला है, निमक निमक तुम ही प्रतिपालो, तू ही एक घड़ी घड़ी पल पल साडी पालना करता है। इत्थे ही बस नहीं, तू इतों अगले पकड़े पड़ावे साडे ते तरस करता है, तू तरस करने वाला है। असी बचन पढ़ते है कि हे मालिक तुम ठाकुर तुम पै अरदास, जियो पिंड सब तेरी रास। इत्थे बचन आया जियो पिंड सब तुमरा माला, ये सब तेरा ही माल है, तू ही असल दे विच नवाजिया, तू ही दिता है, तू ही इसनूं संभालना पालना है। मैं तेरे अगे अपने आप नूं समर्पित करता हाँ। अमृत नाम चला जप नाला, तो मन नूं ये समझाया गया, ये मना जे आत्मक जीवन ना जो सोझी देण वाला नाम है, इनूं जपेंगा आराधेगा, ये तेरे नाल निभेगा, ये निभण वाली चीज़ है। अमृत नाम चला जप नाला, नानक जाचा संतर वाला है। नानक है तुम इस संतर वाला नूं जिहड़ा हैगा मंग, भाव मैनूं चंगेरियां दी रब्बी गुणां नाल सरशार होईयां रूहां दी चरण धूड़ प्राप्त होए, रवाल प्राप्त होए, उस वास्ते मेरी दिली अरदास है। गुरु पातशाह जी की नवाजिश होए, बख्शिश होए, सानूं इन्हां बचनां चों जो सिक्ख्या है साडी सुरत विच टिक सके, साडे ख्यालों का हिस्सा बन सके, इस रूप में असीं अरदास करते हैगे हां। इत्थे समाप्ति। वाहिगुरू जी का खालसा, वाहिगुरू जी की फतेह।